ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੀ ਇਸ ਖਾਸ ਪੇਸ਼ਕਸ਼ ਤੁਹਾਡਾ ਸਵਾਗਤ ਹੈ। ਲੋਕਤੰਤਰ ਦੇ ਮਹਾਪਰਵ ਦੇ ਲਈ ਇੱਕ ਵਾਰ ਫਿਰ ਤੋਂ ਦੇਸ਼ ਤਿਆਰ ਹੈ। ਸਿਆਸੀ ਪਾਰਟੀਆਂ ਦਾ ਵੀ ਨਵਾਂ ਏਜੰਡਾ ਹੋਵੇਗਾ, ਨਵਾਂ ਕੈਂਪੇਨ ਹੋਵੇਗਾ ਤੇ ਨਵਾਂ ਤਰੀਕਾ, ਤੇ ਮਹਿਲਾਵਾਂ ਦੇ ਲਈ ਖਾਸ ਆਫਰ ਵੀ ਹੋਣਗੇ, ਕਿਉਂਕਿ ਸਿਆਸੀ ਪਾਰਟੀਆਂ ਜਾਣਦੀਆਂ ਹਨ ਕਿ ਵੋਟਰਾਂ 'ਚ ਕਰੀਬ ਅੱਧੀ ਸੰਖਿਆ ਮਹਿਲਾਵਾਂ ਦੀ ਹੈ ਤੇ ਸੱਤਾ 'ਚ ਕੌਣ ਆਵੇਗਾ, ਇਸ ਫੈਸਲੇ 'ਚ ਉਹਨਾਂ ਦਾ ਵੱਡਾ ਹੱਥ ਹੈ। ਤੇ ਇसी ਤੇ ਅੱਜ ਦੀ ਸਾਡੀ ਖਾਸ ਪੇਸ਼ਕਸ਼ ਅੱਧੀ ਆਬਾਦੀ ਪੂਰਾ ਸੱਚ, ਜਿੱਥੇ ਸਿਆਸਤ ਤੇ ਦੇਸ਼ ਦੇ ਮਹਿਲਾਵਾਂ ਦੀ ਸਥਿਤੀ ਦੀ ਅਸੀਂ ਗੱਲ ਕਰਾਂਗੇ। ਸੱਤਾ 'ਚ ਕੌਣ ਰਹੇਗਾ, ਕੌਣ ਬਾਹਰ ਜਾਵੇਗਾ, ਜਨਤਾ ਨੂੰ ਇੱਕ ਹੋਰ ਮੌਕਾ ਮਿਲੇਗਾ, ਦੇਸ਼ ਦੀ ਕਮਾਨ ਕਿਸ ਨੂੰ ਸੌਂਪੀ ਜਾਵੇਗੀ। ਸੱਤਾ 'ਚ ਆਉਣ ਲਈ ਹਰ ਪਾਰਟੀ, ਹਰ ਉਮੀਦਵਾਰ ਮੈਦਾਨ 'ਚ ਉਤਰੇਗਾ ਅਤੇ ਲੋਕਾਂ ਨੂੰ ਲੁਭਾਉਣ ਦੇ ਲਈ ਲੁਭਾਉਣੇ ਆਫਰ ਲੈ ਕੇ ਆਵੇਗਾ। ਵਿਪਾਸ਼ਾ ਬਾਰੇ ਬਹੁਤ ਚਰਚਾ ਹੋਵੇਗੀ। ਫਿਲਮਾਂ ਦੀ ਵਿਪਾਸ਼ਾ ਨਹੀਂ, ਵਿਪਾਸ਼ਾ ਦਾ ਮਤਲਬ ਹੈ ਬਿਜਲੀ, ਪਾਣੀ ਅਤੇ ਚੰਗੀਆਂ ਸੜਕਾਂ ਅਤੇ ਚੰਗੇ ਦਿਨਾਂ ਦੀਆਂ ਗੱਲਾਂ। ਰੈਲੀਆਂ ਹੋਣਗੀਆਂ, ਭਾਸ਼ਣ ਹੋਣਗੇ ਅਤੇ ਨੇਤਾ ਜੀ ਦੇ ਖੇਡ ਵਿੱਚ ਝੰਡੇ ਅਤੇ ਡੰਡੇ ਚੁੱਕੀ ਵਰਕਰਾਂ ਦੀ ਫੌਜ ਹੋਵੇਗੀ। ਚੋਣ ਕਮਿਸ਼ਨ ਦੇ ਕੋਲ 2024 ਦੀਆਂ ਆਮ ਚੋਣਾਂ 'ਚ ਵੋਟ ਪਾਉਣ ਦੇ ਲਈ 96.8 ਕਰੋੜ ਲੋਕ ਰਜਿਸਟਰਡ ਹੋਏ ਹਨ। ਇਹ ਗਿਣਤੀ 2019 'ਚ ਹੋਈਆਂ ਪਿਛਲੀਆਂ ਆਮ ਚੋਣਾਂ ਦੇ ਨਾਲੋਂ 8.1% ਜ਼ਿਆਦਾ ਹੈ। ਇਸ 'ਚ 2 ਕਰੋੜ ਤੋਂ ਵੱਧ ਨੌਜਵਾਨਾਂ ਦੀ ਉਮਰ ਵੋਟਰਾਂ ਦੀ ਸੂਚੀ 'ਚ 18 ਤੋਂ ਲੈ ਕੇ 29 ਸਾਲ ਦਰਜ ਹੈ। ਆંકੜਿਆਂ ਅਨੁਸਾਰ ਕੁੱਲ ਵੋਟਰਾਂ ਵਿੱਚੋਂ 49.7 ਕਰੋੜ ਪੁਰਸ਼ ਵੋਟਰ ਹਨ ਅਤੇ 47.1 ਕਰੋੜ ਔਰਤਾਂ ਹਨ। ਨੇਤਾ ਚੁਣਨ ਵਿੱਚ ਔਰਤਾਂ ਦੀ ਹਿੱਸੇਦਾਰੀ ਲਗਭਗ ਬਰਾਬਰ ਹੈ ਅਤੇ ਇਸ ਨੰਬਰ ਨੂੰ ਚੋਣਾਂ 'ਚ ਜਿੱਤ ਦਾ ਏਜੰਡਾ ਬਣਾਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ। ਕਾਂਗਰਸ ਨੇ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਦੇ ਲਈ 50% ਦੀ ਰਾਖਵੇਂਕਰਨ ਦਾ ਐਲਾਨ ਕੀਤਾ। ਕਾਂਗਰਸ ਨੇ ਇਸ ਨੂੰ ਨਾਰੀ ਨਿਆਂ ਗਰੰਟੀ ਦਾ ਨਾਮ ਦਿੱਤਾ ਅਤੇ 4 ਅਪ੍ਰੈਲ ਨੂੰ ਕਾਂਗਰਸ ਨੇ ਐਲਾਨ ਕੀਤਾ ਅਤੇ ਨਾਰੀ ਨਿਆਂ ਤਹਿਤ ਕੇਂਦਰ ਸਰਕਾਰ ਨੇ ਨਵੀਆਂ ਨੌਕਰੀਆਂ 'ਚ 50% ਔਰਤਾਂ ਨੂੰ ਰਾਖਵੇਂਕਰਨ ਦੇਣ ਨੂੰ ਆਪਣੇ ਚੋਣ ਮਨੋਰਥ ਪੱਤਰ ਦਾ ਏਜੰਡਾ बनाया है। जो महिलाएं हिंदुस्तान के भविष्य के देखभाल कर रही हैं, जिनको उसके लिए कॉम्पनसेशन नहीं मिलता है, पहली बार दुनिया में कोई भी सरकार क्रांतिकारी काम करने जा रही है। हिंदुस्तान के सारे गरीब परिवारों की हम लिस्ट निकालेंगे। जो भी गरीबी रेखा के नीचे होंगे, सारे परिवारों के हम लिस्ट निकालेंगे। हर परिवार में से एक महिला को हम चुनेंगे और उस महिला के बैंक अकाउंट में साल के 1 लाख रुपए आपकी अगली सरकार डाल देगी। ਚੋਣ ਪਾਰਟੀਆਂ ਨੂੰ ਪਤਾ ਹੈ ਕਿ ਚੋਣਾਂ 'ਚ ਮਹਿਲਾ ਵੋਟਰਾਂ ਦੀ ਕਿੰਨੀ ਮਹੱਤਵਤਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਲੋਕਤੰਤਰ 'ਚ ਸਰਕਾਰੀ ਚੋਣਾਂ 'ਚ ਔਰਤਾਂ ਦੀ 50% ਹਿੱਸੇਦਾਰੀ ਤੋਂ ਬਾਅਦ ਵੀ ਮਹਿਲਾਵਾਂ ਸਿਆਸਤ 'ਚ ਕਿੰਨੀਆਂ ਸਰਗਰਮ ਸੀ? ਆਓ ਤੁਹਾਨੂੰ ਦੱਸਦੇ ਹਾਂ ਕਿ ਆਜ਼ਾਦ ਭਾਰਤ 'ਚ ਕਿੰਨੀਆਂ ਔਰਤਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਿਆ। ਇੰਦਰਾ ਗਾਂਧੀ, ਤੁਸੀਂ ਠੀਕ ਕਹਿ ਰਹੇ ਹੋ, ਅੱਜ ਤੱਕ ਸਿਰਫ ਇੱਕ ਔਰਤ ਇਸ ਅਹੁਦੇ ਤੇ ਪਹੁੰਚੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਆਜ਼ਾਦੀ ਤੋਂ ਬਾਅਦ ਪੰਜਾਬ ਦੀਆਂ ਕਿੰਨੀਆਂ ਔਰਤਾਂ ਸੰਸਦ ਮੈਂਬਰ ਬਣ ਚੁੱਕੀਆਂ ਹਨ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸਿਰਫ 11 ਔਰਤਾਂ। ਉਹ ਹਨ ਹਰਸਿਮਰਤ ਕੌਰ ਬਾਦਲ, ਪਰਨੀਤ ਕੌਰ, ਗੁਰਬਿੰਦਰ ਕੌਰ ਬਰਾੜ, ਰਜਿੰਦਰ ਕੌਰ ਬੁਲਾਰਾ, ਸੰਤੋਸ਼ ਚੌਧਰੀ, ਸਤਵਿੰਦਰ ਕੌਰ ਧਾਲੀਵਾਲ, ਪਰਮਜੀਤ ਕੌਰ ਗੁਲਸ਼ਨ, ਬਿਮਲ ਕੌਰ ਖਾਲਸਾ, ਮਹਿੰਦਰ ਕੌਰ, ਸਰਦਾਰਨੀ ਨਿਰਲੇਪ ਕੌਰ, ਸੁਖਬੰਸ ਕੌਰ। ਜੇਕਰ ਆંકੜਿਆਂ ਦੀ ਗੱਲ ਕਰੀਏ ਤਾਂ 28 ਰਾਜਾਂ ਤੇ 8 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਾਲੇ ਦੇਸ਼ 'ਚ ਅੱਜ ਤੱਕ 16 ਰਾਜਾਂ 'ਚ ਕਦੇ ਵੀ ਕੋਈ ਮਹਿਲਾ ਮੁੱਖ ਮੰਤਰੀ ਨਹੀਂ ਬਣੀ। ਹਾਲਾਂਕਿ 12 ਰਾਜਾਂ 'ਚ 16 ਅਜਿਹੀਆਂ ਔਰਤਾਂ ਸਨ ਜਿਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਸੁਚੇਤਾ ਕ੍ਰਿਪਲਾਨੀ ਉੱਤਰ ਪ੍ਰਦੇਸ਼ ਦੀ ਦੇਸ਼ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ। ਉਸ ਤੋਂ ਬਾਅਦ ਆਨੰਦੀਬੇਨ ਪਟੇਲ, ਨੰਦਿਨੀ ਸਤਪਥੀ, शशिकला काकोडकर, सैयदा अनवरा तैमूर, जयललिता, जानकी रामचंद्रन, मायावती, राजेंद्र कौर पट्टल, राबड़ी देवी, सुषमा स्वराज, शीला दीक्षित, उमा भारती, वसुंधरा राजे सिंधिया, ममता बनर्जी, आनंदीबेन पटेल ने भी मुख्यमंत्री के अहुदे की जिम्मेवारी सांभी। ਉਦਾਂ ਤੇ ਦੇਸ਼ ਦੀਆਂ ਮਹਿਲਾਵਾਂ ਸਿਆਸਤ ਦੇ ਉੱਚ ਪੱਧਰ ਤੱਕ ਪਹੁੰਚ ਚੁੱਕੀਆਂ ਹਨ,
ਪਰ ਇਸ ਦੇ ਬਾਵਜੂਦ ਵੀ 17ਵੇਂ ਲੋਕ ਸਭਾ ਚੋਣਾਂ 'ਚ ਸੰਸਦ ਦੀਆਂ 543 ਸੀਟਾਂ 'ਚੋਂ ਫਿਲਹਾਲ 82 ਹੀ ਮਹਿਲਾ ਸਾਂਸਦ ਨੇ, यानी कि करीब 15% महिलावां ही लोक सभा पहुंचियां हैं। जो डॉक्यूमेंट्स जेंडर इक्वालिटी ते महिलावां नूं बराबर हक दे दावियां नूं जमीनी पद्धर ते फीका पाउंदियां नजर आंदियां। Actually, this is the moment that all of them have been waiting for. आज महिलाओं की मुश्किलों का हल निकल गया है, महिलाओं को उनका असल अधिकार मिल गया है। ਔਰਤਾਂ ਦੀ ਭਾਗੀਦਾਰੀ ਦੇ ਰਾਜ ਪੱਧਰ ਦੇ ਆંકੜੇ ਇਸ ਤੋਂ ਵੀ ਘੱਟ ਹਨ। ਸਿਰਫ 8 ਤੋਂ 9% ਔਰਤਾਂ ਹੀ ਵਿਧਾਨ ਸਭਾ 'ਚ ਪਹੁੰਚੀਆਂ ਹਨ। ਹਾਲਾਂਕਿ ਪੰਜਾਬ 'ਚ ਇਹ ਆંકੜਾ ਲਗਭਗ 11% ਹੈ। ਸੰਸਦ 'ਚ ਔਰਤਾਂ ਦੀ ਘੱਟ ਨੁਮਾਇੰਦਗੀ 21 ਸਤੰਬਰ ਨੂੰ ਸਰਕਾਰ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕੀਤਾ ਅਤੇ 29 ਸਤੰਬਰ 2023 ਨੂੰ ਇਹ ਬਿੱਲ ਰਾਸ਼ਟਰਪਤੀ ਦੇ ਦਸਤਖਤਾਂ ਦੇ ਨਾਲ ਕਾਨੂੰਨ ਬਣ ਗਿਆ, ਜਿਸ ਵਿੱਚ 33% ਸੀਟਾਂ ਔਰਤਾਂ ਲਈ ਰਾਖਵੀਆਂ ਸਨ। ये जो स्पिरिट पैदा हुआ है, ये स्पिरिट देश के जन जन में एक नया आत्मविश्वास पैदा करेगा और हम सभी माननीय सांसदों ने और सभी राजनीतिक दलों ने एक बहुत बड़ी अहम भूमिका निभाई है। नारी शक्ति को एक विशेष सम्मान सिर्फ विधेयक पारित होने से मिल रहा है ऐसा नहीं है। इस विधेयक के प्रति देश के सभी राजनीतिक दलों की सकारात्मक सोच होना, ये हमारे देश की नारी शक्ति को एक नई ऊर्जा देने वाली है। पर महिला रिजर्वेशन बिल ने अजे लंबा सफर तय करना है। मद्दमशुमारी ਅਤੇ ਹੱਦਬੰਦੀ ਤੋਂ ਬਾਅਦ ਮਹਿਲਾ ਰਾਖਵਾਂਕਰਨ ਬਿੱਲ 2029 ਦੀਆਂ ਔਰਤਾਂ ਦੀ ਨੁਮਾਇੰਦਗੀ ਨਾ ਹੋਣ ਦੇ ਕਈ ਕਾਰਨ ਹਨ। ਦਰਅਸਲ ਦੇਸ਼ ਵਿੱਚ ਕਈ ਥਾਵਾਂ ਤੇ ਮਹਿਲਾਵਾਂ ਤੋਂ ਰਵਾਇਤੀ ਭੂਮਿਕਾਵਾਂ ਦੇ ਅਨੁਸਾਰ ਵਿਵਹਾਰ ਦੀ ਉਮੀਦ ਕੀਤੀ ਜਾਂਦੀ ਰਹੀ ਹੈ। ਰਾਜਨੀਤੀ 'ਚ ਕਰੀਅਰ ਨੂੰ ਔਰਤਾਂ ਦੇ ਲਈ ਟੁਕਵਾ ਨਹੀਂ ਮੰਨਿਆ ਜਾਂਦਾ ਸੀ, ਪਰ ਹੌਲੀ-ਹੌਲੀ ਇਹ ਸੋਚ ਬਦਲਾ ਆਇਆ ਤੇ ਮਹਿਲਾਵਾਂ ਨੇ ਅੱਗੇ ਆ ਕੇ ਮੋਰਚਾ ਸਾਂਭਣਾ ਸ਼ੁਰੂ ਕਰ ਦਿੱਤਾ। ਕੁਝ ਸਾਲ ਪਹਿਲਾਂ ਤੱਕ ਔਰਤਾਂ ਲਈ ਸਿੱਖਿਆ ਨੂੰ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ ਸੀ। ਰੂੜੀਵਾਦੀ ਸੋਚ ਜਿਵੇਂ ਕਿ ਛੋਟੀ ਉਮਰ ਵਿੱਚ ਵਿਆਹ ਕਰਨਾ, ਘਰ ਵਿੱਚ ਖਾਣਾ ਪਕਾਉਣਾ, ਪਰਿਵਾਰ ਦੀ ਦੇਖਭਾਲ ਕਰਨਾ, तमाम ਗੱਲਾਂ ਰਾਜਨੀਤੀ 'ਚ ਭਾਗੀਦਾਰੀ ਦਾ ਰੁਕਾਵਟ ਬਣਦੇ ਸਨ। ਪਰ ਫਿਰ ਜੋ ਚੰਗਾ ਸਮਝਿਆ ਜਾਂਦਾ ਸੀ ਉਸ ਨੂੰ ਬਦਲ ਕੇ ਔਰਤਾਂ ਨੂੰ ਰਾਖਵੇਂਕਰਨ ਦੇਣ ਦੀ ਕੀ ਲੋੜ ਪੈ ਗਈ, ਉਹ ਵੀ ਸਮਝਦੇ ਹਾਂ। ਦਰਅਸਲ ਸੰਵਿਧਾਨ ਬਣਨ ਤੋਂ ਬਾਅਦ ਅਗਲੀ ਕਹਾਣੀ ਸ਼ੁਰੂ ਹੁੰਦੀ ਹੈ। ਸੰਯੁਕਤ ਰਾਸ਼ਟਰ ਸੰਘ ਦੇ ਉਸ ਪੱਤਰ ਨਾਲ ਜੋ ਸਾਲ 1971 'ਚ ਭਾਰਤ ਸਰਕਾਰ ਨੂੰ ਆਇਆ ਸੀ, ਜਿਸ ਕਾਰਨ ਭਾਰਤ ਸਰਕਾਰ ਨੂੰ ਭਾਵੇਂ ਚੁੱਪਚਾਪ ਮੰਨਣਾ ਪਿਆ ਕਿ ਦੇਸ਼ 'ਚ ਔਰਤਾਂ ਦੀ ਬਰਾਬਰੀ ਸਿਰਫ
ਕਾਗਜ਼ਾਂ 'ਚ ਹੀ ਹੈ। ਪੱਤਰ 'ਚ ਪੁੱਛਿਆ ਗਿਆ ਕਿ 1975 'ਚ ਅੰਤਰਰਾਸ਼ਟਰੀ ਮਹਿਲਾ ਸਾਲ ਤੋਂ ਪਹਿਲਾਂ ਔਰਤਾਂ ਦੀ ਸਥਿਤੀ ਕੀ ਹੈ। ਸਿੱਖਿਆ ਅਤੇ ਸਮਾਜ ਕਲਿਆਣ ਮੰਤਰਾਲੇ ਨੇ ਇੱਕ ਕਮੇਟੀ ਬਣਾਈ ਜਿਸ ਦਾ ਟਾਈਟਲ ਸੀ ਟੁਵਰਡਸ ਇਕੁਐਲਿਟੀ, ਯਾਨੀ ਕਿ ਬਰਾਬਰੀ ਦੀ ओर। ਇਸ ਰਿਪੋਰਟ 'ਚ ਲਿਖਿਆ ਗਿਆ ਸੀਗਾ ਕਿ ਭਾਰਤ ਜੈਂਡਰ ਇਕੁਐਲਿਟੀ ਦੇ ਸੰਬੰਧ 'ਚ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਿਹਾ ਹੈ, ਜਿਸ ਤੋਂ ਬਾਅਦ ਬਰਾਬਰੀ ਵੱਲ ਵਧਣ ਦੇ ਯਤਨ ਸ਼ੁਰੂ ਹੋ ਗਏ ਅਤੇ ਪੰਚਾਇਤੀ ਅਤੇ ਨਗਰ ਨਿਗਮ ਚੋਣਾਂ 'ਚ ਔਰਤਾਂ ਲਈ ਰਾਖਵੇਂਕਰਨ ਦਾ ਵਿਚਾਰ ਸ਼ੁਰੂ ਹੋ ਗਿਆ। 1987 'ਚ ਰਾਜੀਵ ਗਾਂਧੀ ਦੀ ਸਰਕਾਰ 'ਚ ਰਾਖਵੇਂਕਰਨ ਤੇ ਕੰਮ ਸ਼ੁਰੂ ਹੋਇਆ। 14 ਮੈਂਬਰਾਂ ਦੀ ਕਮੇਟੀ ਬਣੀ ਜਿਸ ਦੀ ਅਗਵਾਈ ਕੇਂਦਰ ਮੰਤਰੀ ਮਾਰਗਰੇਟ ਅਲਵਾ ਨੇ ਕੀਤੀ। ਕਮੇਟੀ ਨੇ ਸੁਝਾਅ ਦਿੱਤਾ ਕਿ ਚੋਣਾਂ 'ਚ ਔਰਤਾਂ ਲਈ ਰਾਖਵੇਂਕਰਨ ਲਾਗੂ ਕੀਤਾ ਜਾਵੇ। ਸਾਲ 1999 'ਚ ਰਾਜੀਵ ਗਾਂਧੀ ਦੀ ਸਰਕਾਰ ਨੇ ਨਗਰਪਾਲਿਕਾ ਅਤੇ ਪੰਚਾਇਤਾਂ ਵਿੱਚ ਔਰਤਾਂ ਨੂੰ 1/3 ਰਾਖਵਾਂਕਰਨ ਦੇਣ ਲਈ ਇੱਕ ਬਿੱਲ ਪੇਸ਼ ਕੀਤਾ। ਇਹ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ ਪਰ ਰਾਜ ਸਭਾ ਵਿੱਚ ਪਾਸ ਨਹੀਂ ਹੋ ਸਕਿਆ। 1993 'ਚ ਸਰਕਾਰ ਬਦਲੀ, ਪ੍ਰਧਾਨ ਮੰਤਰੀ PV ਨਰਸਿਮਹਾ ਰਾਓ ਬਣੇ। ਉਹਨਾਂ ਨੇ ਫਿਰ ਰਾਜੀਵ ਗਾਂਧੀ ਦੇ ਇਸ ਬਿੱਲ ਨੂੰ ਸੰਸਦ 'ਚ ਪੇਸ਼ ਕੀਤਾ ਤੇ ਬਿੱਲ ਦੋਵੇਂ ਸਦਨਾਂ 'ਚ ਪਾਸ ਹੋ ਗਿਆ ਅਤੇ ਔਰਤਾਂ ਨੂੰ ਪੰਚਾਇਤ ਅਤੇ ਨਗਰਪਾਲਿਕਾ ਪੱਧਰ ਤੇ 1/3 ਰਾਖਵਾਂਕਰਨ ਮਿਲਣਾ ਸ਼ੁਰੂ ਹੋ ਗਿਆ। ਇੱਕ ਗੱਲ ਯਾਦ ਰੱਖੋ, ਹੁਣ ਤੱਕ ਸਿਰਫ ਪੰਚਾਇਤ ਅਤੇ ਨਗਰਪਾਲਿਕਾ ਤੇ ਰਾਖਵੇਂਕਰਨ ਦੀ ਗੱਲ ਹੁੰਦੀ ਸੀ, ਜਿਸ ਨੂੰ ਬਾਅਦ 'ਚ ਲੋਕ ਸਭਾ 'ਚ ਆਧਾਰ ਬਣਾ ਲਿਆ ਗਿਆ। ਠੀਕ ਹੈ, ਮੈਂ ਜਾਣਦੀ ਹਾਂ ਕਿ ਤੁਹਾਡਾ ਇਹ ਸਵਾਲ ਹੈ ਕਿ ਪੰਚਾਇਤਾਂ 'ਚ ਨਗਰਪਾਲਿਕਾਵਾਂ ਵਿੱਚ ਔਰਤਾਂ ਚੁਣੀਆਂ ਜਾਣ ਦੇ ਬਾਵਜੂਦ ਰਾਜਨੀਤੀ ਦੀ ਸ਼ਤਰੰਜ ਵਿੱਚ ਮੋਹਰੇ ਬਣ ਕੇ ਰਹਿ ਗਈਆਂ। ਸਾਰਾ ਕੰਮ ਉਹਨਾਂ ਦੇ ਪਤੀ ਹੀ ਕਰਦੇ ਹਨ। ਕਈ ਥਾਵਾਂ ਤੇ ਅਜਿਹਾ ਵੀ ਹੁੰਦਾ ਹੈ। ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ 'ਚ ਔਰਤਾਂ ਚੋਣਾਂ ਜਿੱਤ ਕੇ ਪੰਚ ਸਰਪੰਚ ਬਣ ਗਈਆਂ, ਪਰ ਜਦੋਂ ਸਹੁੰ ਚੁੱਕਣ ਦੀ ਵਾਰੀ ਆਈ ਤਾਂ ਉਹਨਾਂ ਦੇ ਪਤੀ ਪ੍ਰੋਗਰਾਮ 'ਚ ਪਹੁੰਚ ਗਏ ਅਤੇ ਸਹੁੰ ਚੁੱਕੀ। ਭਾਵ ਇਸ ਤੋਂ ਬਾਅਦ ਦੀ ਔਰਤਾਂ ਦੀ ਬਰਾਬਰੀ 1975 ਦੀ ਤਰ੍ਹਾਂ ਕਾਗਜ਼ਾਂ ਤੇ ਹੀ ਰਹੀ ਅਤੇ ਔਰਤਾਂ ਚਿਹਰੇ ਰਹਿਤ ਸਰਪੰਚ ਬਣ ਕੇ ਰਹਿ ਗਈਆਂ। ਭਾਵੇਂ ਇਹ ਸਕੀਮ ਕਈ ਥਾਵਾਂ ਤੇ ਅਸਫਲ ਸਾਬਤ ਹੋਈ, ਪਰ ਮਹਿਲਾਵਾਂ ਦੇ ਹੌਸਲੇ ਤੇ ਰੂੜੀਵਾਦੀ ਪਰੰਪਰਾਵਾਂ ਦੇ ਉਲਟ ਉਹਨਾਂ ਨੂੰ ਰਾਜਨੀਤੀ ਤੇ ਸਮਾਜ 'ਚ ਉੱਚਾ ਚੁੱਕਣ ਦੀ ਇਹ ਇੱਕ ਸ਼ੁਰੂਆਤ ਸੀ ਤੇ ਹੌਲੀ-ਹੌਲੀ ਹੀ ਸਹੀ ਪਰ ਮਹਿਲਾਵਾਂ ਸਰਕਾਰੀ ਬੈਠਕਾਂ ਦੇ ਕੰਮਕਾਜਾਂ 'ਚ ਆਪਣੀ ਹਿੱਸੇਦਾਰੀ ਦਿਖਾਉਣ ਲੱਗੀਆਂ। ਹੁਣ ਅੱਗੇ ਵਧਦੇ ਹਾਂ ਤੇ ਸੰਸਦ 'ਚ ਮਹਿਲਾਵਾਂ ਦੇ ਰਾਖਵੇਂਕਰਨ ਦਾ ਮੁੱਦਾ ਕਦੋਂ ਉੱਠਿਆ, ਇਸ ਬਾਰੇ ਗੱਲ ਕਰਦੇ ਹਾਂ। ਸਾਲ 1996 'ਚ ਦੇਵੇਗੌੜਾ ਦੀ ਸਰਕਾਰ ਸੀ। ਸਰਕਾਰ ਨੇ ਇਹ ਬਿੱਲ ਸਦਨ 'ਚ ਪੇਸ਼ ਕੀਤਾ। ਇਹ ਬਿੱਲ ਪੰਚਾਇਤਾਂ ਤੇ ਨਗਰਪਾਲਿਕਾਵਾਂ 'ਚ ਔਰਤਾਂ ਲਈ ਰਾਖਵੇਂਕਰਨ ਦੇ ਆਧਾਰ ਤੇ ਹੀ ਪੇਸ਼ ਕੀਤਾ ਗਿਆ ਕਿ ਇਸ ਬਿੱਲ 'ਚ ਕਿਹਾ ਗਿਆ ਸੀਗਾ ਕਿ ਲੋਕ ਸਭਾ ਤੇ ਅਸੈਂਬਲੀਜ਼ ਵਿੱਚ ਔਰਤਾਂ ਲਈ 1/3 ਸੀਟਾਂ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ, ਪਰ ਇਹ ਬਿੱਲ ਪਾਸ ਨਹੀਂ ਹੋ ਸਕਿਆ। 1997 'ਚ ਇੰਦਰ ਕੁਮਾਰ ਗੁਜਰਾਲ ਪ੍ਰਧਾਨ ਮੰਤਰੀ ਬਣੇ। ਇੱਕ ਵਾਰ ਫਿਰ ਸਰਕਾਰ ਲਿਆਂਦੀ। ਸੰਸਦ 'ਚ ਬਿੱਲ ਤੇ ਬਹਿਸ ਹੋਈ ਪਰ ਪਾਸ ਨਹੀਂ ਹੋਇਆ। ਸਾਲ 1998-99 'ਚ ਅਟਲ ਸਰਕਾਰ 'ਚ ਇਸ ਬਿੱਲ ਤੇ ਬਹਿਸ ਹੋਈ ਪਰ ਵਿਰੋਧ ਕਾਰਨ ਪਾਸ ਨਹੀਂ ਹੋ ਸਕਿਆ ਤੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਬਿੱਲ 'ਚ SC/ST ਔਰਤਾਂ ਦੇ ਲਈ ਰਾਖਵੇਂਕਰਨ ਦਾ ਜ਼ਿਕਰ ਹੈ ਪਰ OBC ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਚੋਣ ਕਮਿਸ਼ਨ ਨੇ ਵੀ ਪਾਰਟੀਆਂ ਤੋਂ ਰਾਏ ਮੰਗੀ, ਕਿਧਰੇ ਵੀ ਸਰਬਸੰਮਤੀ ਦੀ ਗੱਲ ਨਹੀਂ ਸੁਣੀ ਗਈ। ਅਸਲ 'ਚ ਇੱਕ ਕਾਰਨ ਇਹ ਵੀ ਸੀਗਾ ਕਿ ਦੇਸ਼ 'ਚ ਆਖਰੀ ਸੈਂਸਸ 1931 'ਚ ਕਰਵਾਈ ਗਈ ਸੀ, ਮਤਲਬ ਉਸ ਸਮੇਂ ਦੇਸ਼ ਬ੍ਰਿਟਿਸ਼ ਸ਼ਾਸਨ ਦੇ ਅਧੀਨ ਸੀ ਅਤੇ ਇਸ ਲਈ ਮੇਨ ਕਾਸਟ ਆਧਾਰ ਤੇ ਰਾਖਵੇਂਕਰਨ ਮੁਸ਼ਕਿਲ ਸੀ। ਖੈਰ 2008 ਵਿੱਚ ਮਨਮੋਹਨ ਸਰਕਾਰ ਨੇ ਮਹਿਲਾ ਰਾਖਵੇਂਕਰਨ ਬਿੱਲ ਪੇਸ਼ ਕੀਤਾ। ਇਹ 2010 'ਚ ਰਾਜ ਸਭਾ ਤੋਂ ਪਾਸ ਹੋ ਗਿਆ ਪਰ ਇਹ ਬਿੱਲ ਲੋਕ ਸਭਾ ਵਿੱਚ ਪੇਸ਼ ਨਹੀਂ ਕੀਤਾ ਗਿਆ ਅਤੇ ਸਾਲ 2014 'ਚ ਇਹ ਬਿੱਲ ਖਤਮ ਹੋ ਗਿਆ ਲੋਕ ਸਭਾ 'ਚ ਅਤੇ ਫਿਰ ਇਹ ਬਿੱਲ 2023 'ਚ ਮੋਦੀ ਸਰਕਾਰ ਦੇ ਵੱਲੋਂ ਪੇਸ਼ ਕੀਤਾ ਗਿਆ। ਇਸ ਵਾਰ ਵੀ OBC ਰਾਖਵੇਂਕਰਨ ਬਿੱਲ ਦਾ ਹਿੱਸਾ ਨਹੀਂ ਸੀ ਪਰ ਵਿਰੋਧ ਤੋਂ ਬਾਅਦ ਵੀ ਇਸ ਨੂੰ ਰੋਕਿਆ ਨਹੀਂ ਗਿਆ। ਲੇਕਿਨ ਕਿਉਂ? ਦਰਅਸਲ ਸਾਲ 2006 'ਚ ਬਿਹਾਰ ਨਿਤਿਸ਼ ਕੁਮਾਰ ਦੀ ਅਗਵਾਈ 'ਚ ਪਹਿਲਾ ਅਜਿਹਾ ਰਾਜ ਬਣ ਗਿਆ ਜੋ ਕਿ ਸਥਾਨਕ ਸੰਸਥਾਵਾਂ ਤੇ ਪੰਚਾਇਤਾਂ ਵਿੱਚ ਔਰਤਾਂ ਨੂੰ 50% ਰਾਖਵਾਂਕਰਨ ਦਿੰਦਾ ਹੈ। ਇਸ ਤੋਂ ਬਾਅਦ ਸਿੱਕਿਮ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ, ਤਮਿਲਨਾਡੂ ਇਸ ਦਾ ਪਾਲਣ ਉਹਨਾਂ ਦੇ ਵੱਲੋਂ ਕੀਤਾ ਗਿਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਵੀ ਅਜਿਹੇ ਸੂਬੇ ਹਨ ਜਿੱਥੇ ਔਰਤਾਂ ਨੂੰ ਸਥਾਨਕ ਸੰਸਥਾਵਾਂ ਤੇ ਪੰਚਾਇਤਾਂ 'ਚ 50% ਰਾਖਵਾਂਕਰਨ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਦੇਸ਼ ਭਰ ਦੀਆਂ ਪੰਚਾਇਤਾਂ ਅਤੇ ਨਗਰਪਾਲਿਕਾਵਾਂ 'ਚ 15 ਲੱਖ ਤੋਂ ਵੱਧ ਚੁਣੀਆਂ ਹੋਈਆਂ ਔਰਤਾਂ ਹਨ। पहली दफा स्थानीय निकायों में स्त्री की भागीदारी तय करने वाला संविधान संशोधन मेरे जीवन साथी राजीव गांधी जी ही
लाए थे जो राज्यसभा में 7 वोटों से गिर गया था। बाद में प्रधानमंत्री पीवी नरसिम्हा राव जी के नेतृत्व में कांग्रेस सरकार ने ही उसे पारित कराया। आज उसी का नतीजा है कि देश भर के स्थानीय निकायों के जरिए हमारे पास 15 लाख चुनी हुई महिला नेता है। यही कारण है कि इस वार इसਨੂੰ ਸੰਸਦ 'ਚ ਸਾਰਿਆਂ ਦਾ ਸਮਰਥਨ ਮਿਲਿਆ। ਇਸ ਲਈ ਦੇਸ਼ ਦੀ ਲਗਭਗ ਅੱਧੀ ਆਬਾਦੀ ਵਾਲੀਆਂ ਔਰਤਾਂ ਨੂੰ ਜੈਂਡਰ ਇਕੁਐਲਿਟੀ ਪ੍ਰਦਾਨ ਕਰਨ ਦੇ ਲਈ ਇੱਕ ਕਾਨੂੰਨ ਬਣਾਇਆ ਗਿਆ ਸੀ, ਉਹ ਵੀ 33% ਰਾਖਵੇਂਕਰਨ ਦੇ ਨਾਲ। ਆਖਿਰਕਾਰ ਇੱਕ ਲੰਬੇ ਅਰਸੇ ਤੋਂ ਬਾਅਦ ਇਹ ਬਿੱਲ ਪਾਸ ਹੋ ਕੇ ਕਾਨੂੰਨ ਤਾਂ ਬਣ ਗਿਆ, ਪਰ ਇਸ ਨੂੰ ਜ਼ਮੀਨੀ ਤੌਰ ਤੇ ਲਾਗੂ ਕਰਨ ਦੇ ਲਈ ਹਾਲੇ ਵੀ ਲੰਬਾ ਰਸਤਾ ਤੈਅ ਕਰਨਾ ਹੋਵੇਗਾ। ਸਾਲ 2024 ਦੀਆਂ ਆਮ ਚੋਣਾਂ ਦੇ ਲਈ ਇਹ ਲਾਗੂ ਨਹੀਂ ਹੁੰਦਾ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਸਾਲ 2029 ਤੱਕ ਜ਼ਮੀਨੀ ਤੌਰ ਤੇ ਲਾਗੂ ਕੀਤਾ ਜਾ ਸਕਦਾ ਹੈ। ਤਾਂ ਅਜਿਹਾ ਕਿਉਂ, ਇਹ ਵੀ ਸਮਝਦੇ ਹਾਂ। ਦਰਅਸਲ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਨੂੰ 3 ਪੜਾਵਾਂ ਵਿੱਚੋਂ ਲੰਘਣਾ ਪਏਗਾ। ਕਾਨੂੰਨ ਬਣਨ ਤੋਂ ਬਾਅਦ ਹੁਣ ਅਗਲਾ ਅਤੇ ਮਹੱਤਵਪੂਰਨ ਪੜਾਅ ਇਹ ਹੈ ਕਿ ਇਸ ਨੂੰ ਰਾਜਾਂ ਦੁਆਰਾ ਵੀ ਪ੍ਰਵਾਨਗੀ ਦਿੱਤੀ ਜਾਵੇ। ਧਾਰਾ 368 ਦੇ ਤਹਿਤ ਜੇ ਕੋਈ ਕਾਨੂੰਨ ਕੇਂਦਰ ਰਾਜਾਂ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰਦਾ ਹੈ ਤਾਂ ਕਾਨੂੰਨ ਬਣਾਉਣ ਦੇ ਲਈ ਘੱਟੋ-ਘੱਟ 50% ਵਿਧਾਨ ਸਭਾਵਾਂ ਦੀ ਮਨਜ਼ੂਰੀ ਲੈਣੀ ਪਵੇਗੀ। ਯਾਨੀ ਇਹ ਕਾਨੂੰਨ ਦੇਸ਼ ਭਰ ਵਿੱਚ ਉਦੋਂ ਹੀ ਲਾਗੂ ਹੋਵੇਗਾ ਜਦੋਂ ਘੱਟੋ-ਘੱਟ 14 ਰਾਜਾਂ ਦੀਆਂ ਵਿਧਾਨ ਸਭਾਵਾਂ ਇਸ ਨੂੰ ਪਾਸ ਕਰ ਦੇਣਗੀਆਂ। दूसरा पड़ाव है सेंसस यानी कि जनगणना। इस ਨੂੰ जनगणना तो बाद ही लागू किया जा सकता है। दरअसल देश च पहले सेंसस साल 1872 च होए सी। इस तो बाद हर साल 10 साल बाद ये सेंसस करवाए जाते हैं, पर 150 सालों में पहली बार 2021 च होने वाला सर्वेक्षण कोविड कारण मुलतवी हो गया, जो 2 साल बाद भी नहीं हो सकिया। तीसरा महत्वपूर्ण पड़ाव है हदबंदी। पहला समझो कि हदबंदी की है। दरअसल लोक सभा ਦੀਆਂ ਸੀਟਾਂ ਦੇਸ਼ ਦੀ ਆਬਾਦੀ ਤੇ ਨਿਰਭਰ ਕਰਦੀਆਂ ਹਨ। ਜੇਕਰ ਆਬਾਦੀ ਵਧੇਗੀ ਤਾਂ ਸੀਟਾਂ ਵੀ ਵਧਣਗੀਆਂ ਅਤੇ ਜਨਸੰਖਿਆ ਦੇ ਆਧਾਰ ਤੇ ਤੈਅ ਕੀਤਾ ਜਾਏਗਾ, ਪਰ ਹਦਬੰਦੀ ਨੂੰ 2026 ਤੱਕ ਰੋਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਮਝੋ ਯੂਪੀ ਅਤੇ ਬਿਹਾਰ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ, ਇਸ ਲਈ ਇੱਥੇ ਲੋਕ ਸਭਾ ਦੀਆਂ ਸੀਟਾਂ ਵੀ ਵਧ ਰਹੀਆਂ ਹਨ, ਪਰ ਪੰਜਾਬ, ਹਰਿਆਣਾ, ਹਿਮਾਚਲ ਵਰਗੇ ਰਾਜ ਆਬਾਦੀ ਨੂੰ ਕੰਟਰੋਲ ਕਰ ਰਹੇ ਹਨ। ਲੋਕ ਸਭਾ ਵਿੱਚ ਉਹਨਾਂ ਦੀਆਂ ਸੀਟਾਂ ਵੈਸੇ ਵੀ ਘੱਟ ਹਨ ਅਤੇ ਅਜਿਹੀ ਸਥਿਤੀ ਵਿੱਚ ਲੋਕ ਸਭਾ ਵਿੱਚ ਉਹਨਾਂ ਦੀ ਨੁਮਾਇੰਦਗੀ ਹੋਰ ਵੀ ਘਟੇਗੀ। ਇਸ ਨੂੰ ਕੰਟਰੋਲ ਕਰਨ ਦੇ ਲਈ ਹੱਦਬੰਦੀ ਦੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਮੌਜੂਦਾ ਸਮੇਂ 'ਚ ਲੋਕ ਸਭਾ ਸੀਟਾਂ 2001 ਦੀ ਜਨਗਣਨਾ ਦੇ ਆਧਾਰ ਤੇ ਤੈਅ ਕੀਤੀਆਂ ਜਾਂਦੀਆਂ ਹਨ। ਅਜਿਹੀ ਸਥਿਤੀ 'ਚ 2026 ਤੋਂ ਬਾਅਦ ਵੀ ਹੱਦਬੰਦੀ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਜ਼ਮੀਨ ਤੇ ਮਹਿਲਾ ਰਿਜ਼ਰਵੇਸ਼ਨ ਐਕਟ ਲਾਗੂ ਹੋਵੇਗਾ। ਜੈਂਡਰ ਇਕੁਐਲਿਟੀ ਅਜਿਹਾ ਨਹੀਂ ਹੈ ਕਿ ਕਾਨੂੰਨ ਦੇ ਲਾਗੂ ਹੋਣ ਤੋਂ ਤੁਰੰਤ ਬਾਅਦ ਸਭ ਕੁਝ ਬਦਲ ਜਾਵੇਗਾ ਅਤੇ ਕਾਗਜ਼ ਤੇ ਦਿਖਾਈ ਦੇਣ ਵਾਲੀ ਸਮਾਨਤਾ ਜ਼ਮੀਨ ਤੇ ਵੀ ਉਹੀ ਹੋਵੇਗੀ। ਇਸ 'ਚ ਸਮਾਂ ਲੱਗੇਗਾ ਕਿਉਂਕਿ ਬਦਲਾ ਇੱਕ ਹੈ ਜੋ ਕਿ ਆਪਣੇ ਸਮੇਂ ਦੇ ਨਾਲ ਅੱਗੇ ਵਧਦੀ ਰਹਿੰਦੀ ਹੈ। ਇਸ ਵੇਲੇ ਇੱਕ ਵਾਰ ਫਿਰ ਤੋਂ ਆਮ ਚੋਣਾਂ 'ਚ ਮਹਿਲਾ ਵੋਟਰਾਂ ਲਈ ਮਹੀਨਾਵਾਰ ਭੱਤਾ, ਰਾਖਵਾਂਕਰਨ, ਗੈਸ ਚੁੱਲ੍ਹਾ ਆਦਿ ਦੀਆਂ ਆਕਰਸ਼ਕ ਪੇਸ਼ਕਸ਼ਾਂ ਦਾ ਸਿਲਸਿਲਾ ਜਾਰੀ ਹੈ। ਅੱਜ ਇਸ ਖਾਸ ਪੇਸ਼ਕਸ਼ 'ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।